देखो ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਮਾਮਲਾ ਉਹਨੂੰ 7 ਸਾਲ ਹੋ ਗਏ ਆ 7 ਸਾਲ ਦੇ ਵਿੱਚ 3 ਸਰਕਾਰਾਂ ਬਣੀਆਂ ਨੇ ਉਹਦੇ ਵਿੱਚ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਸਚਾਈ ਬਿਲਕੁਲ ਸਾਹਮਣੇ ਆਈ ਹੈ ਔਰ ਉਹ ਜਿਹੜੀ ਸਿੱਟ ਬਣਾਈ ਹੈ ਨਾ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਸੀ ਨਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਣਾਈ ਹੈ ਨਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬਣਾਈ ਹੈ ਔਰ ਇਹ ਸਿੱਟ ਬਣਾਈ ਸੀ SIT ਬਣਾਈ ਸੀ ਉਹ ਬਣਾਈ ਹੋਈ ਸੀ ਇਹ ਝਾੜੂ ਵਾਲਿਆਂ ਦੀ ਸਰਕਾਰ ਨੇ ਉਹਦੀ ਰਿਪੋਰਟ ਅੱਜ ਜਿਹੜੀ ਆਈ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਬੇਗੁਨਾਹ ਹੈਗਾ ਵੀ ਇਸ ਇਸ਼ੂ ਦੇ ਉੱਤੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਰਾਜਨੀਤੀ ਕਰ ਰਹੀਆਂ ਨੇ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਜਿਹੜੀ ਰਾਜਨੀਤੀ ਕਰਨੀ ਚਾਹੀਦੀ ਕੰਮਾਂ ਦੇ ਆਧਾਰ ਦੇ ਉੱਤੇ ਕਰੋ ਆਪਣੇ ਗੁਣਾਂ ਦੇ ਆਧਾਰ ਦੇ ਉੱਪਰ ਕਰੋ ਲੋਕਾਂ ਦੇ ਨਾਲ ਜਿਹੜੇ ਤੁਹਾਡੇ ਵਾਅਦੇ ਕੀਤੇ ਉਹਨਾਂ ਦੇ ਆਧਾਰ ਦੇ ਉੱਪਰ ਕਰੋ ਰਾਮ ਰਹੀਮ ਜਿਹੜਾ ਸਿੱਖਾਂ ਦਾ ਇੱਕ ਨੰਬਰ ਦਾ ਦੁਸ਼ਮਣ ਹੈ ਜਿਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਸਾਰੇ ਸਿੱਖ ਕਹਿੰਦੇ ਆ ਰਹੇ ਵੀ ਇਸ ਡੇਰਾ ਸੱਚਾ ਸੌਦਾ ਵਾਲੇ ਨੇ ਇਹਦੀ ਬੇਅਦਬੀ ਕੀਤੀ ਹੈ ਔਰ ਉਹਦੀ ਬੇਅਦਬੀ ਜਿਹੜੀ ਹੈਗੀ ਆ ਇਸ ਬੰਦੇ ਨੇ ਇਹਦੇ ਪੈਰੋਕਾਰਾਂ ਨੇ ਕੀਤੀ ਆ ਉਹ ਉਹਦਾ ਦੋਸ਼ੀ ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਨੇ ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਸਿੱਖਾਂ ਨੂੰ ਆਪਣੇ ਇਸ਼ਟ ਤੋਂ ਭੜਕਾਉਣ ਦੀ ਖਾਤਰ ਇੱਥੇ ਡੇਰਾਵਾਦ ਦਾ ਪ੍ਰਚਾਰ ਕਰਨ ਦੀ ਖਾਤਰ ਇੱਥੇ ਸਿੱਖਾਂ ਦਾ ਆਪਸੀ ਖਾਨਾ ਜੰਗੀ ਕਰਾਉਣ ਦੀ ਖਾਤਰ ਇਹ ਸਰਕਾਰਾਂ ਇਸ ਇਸ਼ੂ ਨੂੰ ਵਰਤਦੀਆਂ ਰਹੀਆਂ ਨੇ 28 ਸਰੂਪਾਂ ਦਾ ਜਿਹੜਾ ਮਸਲਾ ਸੀ ਬੜਾ ਦੁਖਦਾਈ ਸੀਗਾ ਜਦੋਂ ਸ਼੍ਰੋਮਣੀ ਕਮੇਟੀ ਦੇ ਧਿਆਨ ਦੇ ਵਿੱਚ ਆਇਆ ਔਰ ਇਹਦੇ ਤੇ ਬੜੀ ਸੀਰੀਅਸਲੀ ਸਾਰੀ ਜਿਹੜੀ ਇਹ ਪੜਤਾਲ ਹੋਈ ਆ ਈਵਨ ਦੈਨ ਜੇ ਸ਼੍ਰੋਮਣੀ ਕਮੇਟੀ ਦੀ ਪੜਤਾਲ ਨੂੰ ਲੋਕਾਂ ਅਸੀਂ ਸਮਝਦੇ ਸੀ ਵੀ ਸ਼ਾਇਦ ਲੋਕੀ ਨਾ ਇਸ ਗੱਲ ਨੂੰ ਐਕਸੈਪਟ ਕਰਨ ਔਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਦੇ ਦਿੱਤੀ ਆ ਅਕਾਲ ਤਖਤ ਸਾਹਿਬ ਨੇ ਵੀ ਉਹਦੀ ਇਨਕੁਆਇਰੀ ਕਰਵਾਈ ਆ ਇੰਡੀਪੈਂਡੈਂਟ ਇੰਨਾ ਹੈਗਾ ਸੀਗਾ ਜਿੱਥੋਂ ਕਿ ਸਾਡੇ ਇੱਕ ਸੁਪਰਵਾਈਜ਼ਰ ਦੀ ਗਲਤੀ ਇੱਕ ਉਹਦੇ ਨਾਲ ਦਾ ਸਾਥੀ ਸੀ ਦੋ ਬੰਦਿਆਂ ਨੇ ਸਿਰਫ ਤੇ ਸਿਰਫ ਪੈਸਿਆਂ ਦੇ ਮਾਮਲੇ ਦੇ ਵਿੱਚ ਆ ਕਰਕੇ ਉਹਨੂੰ ਜਿਹੜਾ ਵਰਤਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਸਮੇਂ ਭਗਵੰਤ ਮਾਨ ਵੱਲੋਂ ਇੱਕ ਰਿਪੋਰਟ ਸੌਂਪੀ ਜਾਂਦੀ ਹੈ ਸਿੱਖ ਸੰਗਤਾਂ ਨੂੰ ਭਾਈ ਅਮਰੀਕ ਸਿੰਘ ਜਨਾਲਾ ਨੂੰ ਕਿ ਜਿਸ ਵਿੱਚ ਕੀ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਨੂੰ ਕਲੀਨ ਚਿੱਟ ਮਿਲੀ ਆ ਉਹ ਜੋ ਰਿਪੋਰਟ ਸੀ ਉਹ ਕੀ ਰਿਪੋਰਟ ਸੀ ਅੱਜ ਪ੍ਰੈਸ ਵਾਰਤਾ ਹੋਈ ਪ੍ਰੈਸ ਵਾਰਤਾ ਦੇ ਵਿੱਚ ਇਹੀ ਕਿਹਾ ਗਿਆ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਅਕਾਲੀ ਦਲ ਤੋਂ ਮਾਫੀ ਮੰਗਣ ਕਿਉਂਕਿ ਸਾਡਾ ਕਿਤੇ ਨਾ ਕਿਤੇ ਅਕਸ ਖਰਾਬ ਕੀਤਾ ਗਿਆ ਬੇਅਦਬੀਆਂ ਤੇ ਨਾਮ ਲਗਾ ਕੇ ਗੱਲਬਾਤ ਕਰ ਲੈਂਦੇ ਆ ਪੂਰੀ ਜਾਣਕਾਰੀ ਲੈ ਲੈਂਦੇ ਆ ਉਹ ਰਿਪੋਰਟ ਕੀ ਸੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੀ ਰਿਪੋਰਟ ਭਾਈ ਅਮਰੀਕ ਸਿੰਘ ਜਨਾਲਾ ਨੂੰ ਮਿਲੀ ਹੈ ਭਗਵੰਤ ਮਾਨ ਦੇ ਵੱਲੋਂ ਉਹ ਰਿਪੋਰਟ ਬੈਬਲ ਕਲਾ ਗੋਲੀकांड ਦੀ ਹੈ ਜਾਂ ਜਿਹੜੇ ਸਰੂਪ ਚੋਰੀ ਹੋਇਆ ਸੀਗਾ ਉਸ ਮਸਲੇ ਤੇ ਦੇਖੋ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਮਾਮਲਾ ਉਹਨੂੰ 7 ਸਾਲ ਹੋ ਗਏ ਆ 7 ਸਾਲ ਦੇ ਵਿੱਚ 3 ਸਰਕਾਰਾਂ ਬਣੀਆਂ ਨੇ ਕਾਂਗਰਸ ਦੀ ਸਰਕਾਰ ਬਣਾਈ ਆ ਬੇਅਦਬੀ ਦੇ ਉੱਤੇ ਰੱਜ ਕੇ ਉਹਨੇ ਸਿਆਸਤ ਕੀਤੀ ਆ ਰਾਜਨੀਤੀ ਕੀਤੀ ਆ 5 ਸਾਲ ਉਹਦੀ ਸਰਕਾਰ ਚੱਲੀ ਆ ਉਸ ਤੋਂ ਬਾਅਦ ਝਾੜੂ ਵਾਲਿਆਂ ਦੀ ਸਰਕਾਰ ਆਈ ਆ ਝਾੜੂ ਵਾਲਿਆਂ ਨੇ ਕੇਜਰੀਵਾਲ ਨੇ ਇਸੇ ਇਸ਼ੂ ਦੇ ਉੱਤੇ ਰੱਜ ਕੇ ਸਰਕਾਰ ਆਪਦੀ ਰਾਜਨੀਤੀ ਕੀਤੀ ਆ ਔਰ ਲੋਕਾਂ ਨੂੰ ਗੁੰਮਰਾਹ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਵਿੱਚ ਝੂਠ ਬੋਲਿਆ ਪ੍ਰੈਸ ਦੇ ਉੱਤੇ ਝੂਠ ਬੋਲਿਆ ਗਿਆ ਕਿ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੋਸ਼ੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੇ ਦੋਸ਼ੀ ਆ ਅਸੀਂ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ ਜਿਹੜਾ ਆ ਉਹ ਰਿਪੋਰਟ ਜਿਹੜੀ ਅੱਜ ਨੈਟ ਤੇ ਪੈ ਚੁੱਕੀ ਹੈਗੀ ਆ ਉਹ ਨੈਟ ਤੁਸੀਂ ਪੜ੍ਹ ਸਕਦੇ ਹੈਗੇ ਹੋ ਉਹਦੇ ਵਿੱਚ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ ਸਚਾਈ ਬਿਲਕੁਲ ਸਾਹਮਣੇ ਆਈ ਹੈ ਔਰ ਉਹ ਜਿਹੜੀ ਸਿੱਟ ਬਣਾਈ ਹੈ ਨਾ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਸੀ ਨਾ ਪ੍ਰਕਾਸ਼ ਸਿੰਘ ਬਾਦਲ ਜੀ ਨੇ ਬਣਾਈ ਹੈ ਨਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬਣਾਈ ਹੈ ਔਰ ਇਹ ਸਿੱਟ ਬਣਾਈ ਸੀ SIT ਬਣਾਈ ਸੀ ਉਹ ਬਣਾਈ ਹੋਈ ਸੀ ਇਹ ਝਾੜੂ ਵਾਲਿਆਂ ਦੀ ਸਰਕਾਰ ਨੇ ਉਹਦੀ ਰਿਪੋਰਟ ਅੱਜ ਜਿਹੜੀ ਆਈ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਬੇਗੁਨਾਹ ਹੈਗਾ ਕੋਈ ਉਹਦੇ ਵਿੱਚ ਕਿਸੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਰੋਲ ਬੇਅਦਬੀ ਕਰਨ ਦੇ ਵਿੱਚ ਕੋਈ ਦੋਸ਼ ਸਾਬਤ ਨਹੀਂ ਹੋ ਰਿਹਾ ਸੋ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਜਿਹੜੀ ਇਹ ਰਾਜਨੀਤੀ ਕੀਤੀ ਗਈ ਸੀ ਅਸੀਂ ਸ਼ੁਰੂ ਤੋਂ ਕਹਿੰਦੇ ਜਾ ਰਹੇ ਹਾਂ ਵੀ ਇਸ ਇਸ਼ੂ ਦੇ ਉੱਤੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਰਾਜਨੀਤੀ ਕਰ ਰਹੀਆਂ ਨੇ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਔਰ ਜਿਹੜੀ ਰਾਜਨੀਤੀ ਕਰਨੀ ਚਾਹੀਦੀ ਕੰਮਾਂ ਦੇ ਆਧਾਰ ਦੇ ਉੱਤੇ ਕਰੋ ਆਪਣੇ ਗੁਣਾਂ ਦੇ ਆਧਾਰ ਦੇ ਉੱਪਰ ਕਰੋ ਲੋਕਾਂ ਦੇ ਨਾਲ ਜਿਹੜੇ ਤੁਹਾਡੇ ਵਾਅਦੇ ਕੀਤੇ ਉਹਨਾਂ ਦੇ ਆਧਾਰ ਦੇ ਉੱਪਰ ਕਰੋ ਲੇਕਿਨ ਤੁਸੀਂ ਧਰਮ ਨੂੰ ਆਧਾਰ ਬਣਾ ਕਰਕੇ ਗੁਰੂ ਨੂੰ ਆਧਾਰ ਬਣਾ ਕਰਕੇ 7 ਸਾਲ ਤੁਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਉਹ ਗੁੰਮਰਾਹਕੁਨ ਪ੍ਰਚਾਰ ਕੀਤਾ ਜਿਹੜਾ ਕਿ ਨਾ ਬਖਸ਼ਣਯੋਗ ਹੈਗਾ
ਸਭ ਇੱਕ ਪਾਸੇ ਨਾਮ ਆ ਜਾਂਦਾ ਗੁਰਮੀਤ ਰਾਮ ਰਹੀਮ ਦਾ, ਦੂਸਰੇ ਪਾਸੇ ਕਿਹਾ ਜਾਂਦਾ ਕਿ ਬੰਦੀ ਸਿੰਘ ਹਜੇ ਤੱਕ ਰਿਹਾ ਨਹੀਂ ਹੋ ਰਹੇ, ਪਰ ਉਹ ਦੂਸਰੀ ਵਾਰ ਪੈਰੋਲ ਤੇ ਬਾਹਰ ਆ ਜਾਂਦੇ ਨੇ ਇੱਕੋ ਦਮ, ਕੋਈ ਨਾ ਖਬਰਸਾਰ ਵੀ ਨਹੀਂ ਹੁੰਦੀ। ਸੋ ਇਸ ਤਰੀਕੇ ਦਾ ਵਖਰੇਵਾਂ ਕਿਉਂ? ਦੇਖੋ, ਇਹਦੇ ਬਾਰੇ ਅਸੀਂ ਸ਼ੁਰੂ ਤੋਂ ਕਹਿੰਦੇ ਰਹੇ ਹਾਂ। ਅੱਜ ਨਹੀਂ ਇਹ ਗੱਲ ਸਾਡੀ ਸਿੱਖਾਂ ਦੇ ਨਾਲ, ਪੰਜਾਬ ਦੇ ਲੋਕਾਂ ਦੇ ਨਾਲ, ਕੱਲੀ ਸਿੱਖਾਂ ਨਾਲ ਹੀ ਨਹੀਂ, ਪੰਜਾਬ ਦੇ ਨਾਲ ਹਮੇਸ਼ਾ ਜਿਹੜਾ ਸਾਡੀ ਸੈਂਟਰ ਗਵਰਨਮੈਂਟ ਹੈਗੀ ਆ, ਉਹਨੇ ਹਮੇਸ਼ਾ ਵਿਤਕਰਾ ਕੀਤਾ ਹੈਗਾ। ਪੰਜਾਬ ਗਵਰਨਮੈਂਟ ਦੇ ਨਾਲ ਪੰਜਾਬ ਦੇ ਜਿਹੜੇ ਵਿਤਕਰਿਆਂ ਦਾ ਉਹ ਇੱਕ ਬਹੁਤ ਵੱਡਾ ਕਿਤਾਬਚਾ ਬਣ ਸਕਦਾ, ਜਿੰਨੇ ਵਿਤਕਰੇ ਹੋਏ ਨੇ। ਇਸੇ ਤਰ੍ਹਾਂ ਹੀ ਇਹ ਹੈ, ਜਿਹੜੇ ਬੰਦੀ ਸਿੱਖ ਨੇ ਸਾਡੇ ਅੱਜ 30 ਸਾਲ 32 ਸਾਲ ਉਹਨਾਂ ਨੂੰ ਜੇਲ੍ਹਾਂ ਵਿੱਚ ਬੈਠਿਆਂ ਨੂੰ ਹੋ ਗਏ ਆ, ਔਰ ਉਹ ਜਿਹੜੇ ਹੈਗੇ ਉਹਨਾਂ ਨੂੰ ਅੱਜ ਤੱਕ 1 ਘੰਟੇ ਦੀ ਪੈਰੋਲ ਕਦੀ ਨਹੀਂ ਦਿੱਤੀ ਗਈ। ਪੈਰੋਲ ਨਹੀਂ ਦਿੱਤੀ ਹੈ, ਉਹਨਾਂ ਨੂੰ ਕਦੀ ਬਾਹਰ ਨਹੀਂ ਆਉਣ ਦਿੱਤਾ ਜਾਂਦਾ, ਜਦ ਕਿ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਉਮਰ ਕੈਦ ਦੀ ਸਜ਼ਾ ਉਹ 14 ਸਾਲ ਹੈ। 14 ਸਾਲ ਤੋਂ ਬਾਅਦ ਤੁਸੀਂ ਉਹਨਾਂ ਦੇ ਕੰਮ ਕਾਰ ਦੇ ਉੱਤੇ, ਉਹਨਾਂ ਦੇ ਉੱਤੇ ਸੁਪਰਡੈਂਟ ਕੋਲੇ ਪਾਵਰ ਹੁੰਦੀ ਆ, ਸਰਕਾਰ ਕੋਲੇ ਪਾਵਰ ਹੁੰਦੀ ਆ ਵੀ ਉਹਨੂੰ ਤੁਸੀਂ ਰਿਹਾ ਕਰ ਸਕਦੇ ਹੋ। ਲੇਕਿਨ ਜਿਹੜੇ ਇੱਕ ਬੰਦੇ ਸਾਡੇ ਅੱਜ ਸਿੱਖ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਉਹ ਕਿਹੜੇ ਕਾਨੂੰਨ ਦੇ ਆਧਾਰ ਇਸ ਸਰਕਾਰਾਂ ਨੇ ਰੱਖੇ ਹੋਏ ਆ? ਚਾਹੇ ਉਸ ਕੇਂਦਰ ਦਿੱਲੀ ਦੇ ਸਰਕਾਰ ਨੇ, ਕੇਜਰੀਵਾਲ ਨੇ ਰੱਖੇ ਹੋਏ ਆ, ਚਾਹੇ ਉਹ ਕਰਨਾਟਕ ਦੀ ਸਰਕਾਰ ਨੇ ਰੱਖੇ ਹੋਏ ਆ, ਚਾਹੇ ਚੰਡੀਗੜ੍ਹ ਦੀ ਸਰਕਾਰ ਨੇ ਰੱਖੇ ਹੋਏ ਆ, ਚਾਹੇ ਪੰਜਾਬ ਦੇ ਵਿੱਚ ਤਾਂ ਖੈਰ ਕੋਈ ਪੰਜਾਬ ਦੀਆਂ ਜੇਲ੍ਹਾਂ 'ਚ ਕੋਈ ਸ਼ਾਇਦ ਕੈਦੀ ਇੱਕ ਅੱਧਾ ਹੋਏਗਾ। ਸੋ ਮੈਂ ਇਹ ਗੱਲ ਜ਼ਰੂਰ, ਮੇਰਾ ਕੁਐਸਚਨ ਹੈ, ਉਹ ਕਿਹੜਾ ਕਾਨੂੰਨ ਹੈਗਾ? ਇਹਦਾ ਮਤਲਬ ਸਿੱਖਾਂ ਵਾਸਤੇ ਕਾਨੂੰਨ ਨਹੀਂ ਹੈ। ਰਾਮ ਰਹੀਮ ਜਿਹੜਾ ਸਿੱਖਾਂ ਦਾ ਇੱਕ ਨੰਬਰ ਦਾ ਦੁਸ਼ਮਣ ਹੈ, ਜਿਹਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿੱਚ ਸ਼ੁਰੂ ਤੋਂ ਲੈ ਕੇ ਸਾਰੇ ਸਿੱਖ ਕਹਿੰਦੇ ਆ ਰਹੇ ਵੀ ਇਸ ਡੇਰਾ ਸੱਚਾ ਸੌਦਾ ਵਾਲੇ ਨੇ ਇਹਦੀ ਬੇਅਦਬੀ ਕੀਤੀ ਹੈ, ਔਰ ਉਹਦੀ ਬੇਅਦਬੀ ਜਿਹੜੀ ਹੈਗੀ ਆ ਇਸ ਬੰਦੇ ਨੇ ਇਹਦੇ ਪੈਰੋਕਾਰਾਂ ਨੇ ਕੀਤੀ ਹੈ, ਉਹ ਆਪ ਉਹਦਾ ਦੋਸ਼ੀ। ਹੁਣ ਤੱਕ ਕੋਈ ਠੋਸ ਕਦਮ ਕਿਉਂ ਨਹੀਂ ਚੱਕਿਆ ਜਾ ਰਿਹਾ? ਇੰਨੇ ਸਾਲ ਹੋ ਚੁੱਕੇ ਆ, ਇੰਨੇ ਸਾਲ ਜੇ ਸਰਕਾਰ ਬਣਦੀ ਆ ਤੇ ਬੇਅਦਬੀ ਦਾ ਹਵਾਲਾ ਦੇ ਕੇ ਕਿਤੇ ਨਾ ਕਿਤੇ ਸਿਆਸੀ ਲਾਹਾ ਲੈਂਦੀਆਂ ਨੇ, ਤੇ ਕਾਰਨ ਕੀ ਹੈ? ਕਿਉਂ ਨਹੀਂ ਇਹ ਸਾਰੀ ਸਪਸ਼ਟ ਹੁੰਦਾ? ਪਰਦਾ ਕਿਉਂ ਨਹੀਂ ਚੁੱਕਿਆ ਜਾਂਦਾ? ਹਮੇਸ਼ਾ ਇਹ ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਨੇ, ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ, ਸਿੱਖਾਂ ਨੂੰ ਆਪਣੇ ਇਸ਼ਟ ਤੋਂ ਭੜਕਾਉਣ ਦੀ ਖਾਤਰ, ਇੱਥੇ ਡੇਰਾਵਾਦ ਦਾ ਪ੍ਰਚਾਰ ਕਰਨ ਦੀ ਖਾਤਰ, ਇੱਥੇ ਸਿੱਖਾਂ ਦਾ ਆਪਸੀ ਖਾਨਾ ਜੰਗੀ ਕਰਾਉਣ ਦੀ ਖਾਤਰ ਇਹ ਸਰਕਾਰਾਂ ਇਸ ਇਸ਼ੂ ਨੂੰ ਵਰਤਦੀਆਂ ਰਹੀਆਂ ਨੇ। ਇਹੀ ਗੱਲ ਤਾਂ ਮੈਂ ਕਹੀ ਹੈਗੀ ਆ ਵੀ ਜਿਹੜੀਆਂ ਕੇਂਦਰ ਸਰਕਾਰ ਨੇ 7 ਸਾਲ ਇਸ ਇਸ਼ੂ ਨੂੰ ਵਰਤਿਆ, ਕਾਂਗਰਸ ਸਰਕਾਰ ਨੇ, ਕਾਂਗਰਸ ਨੇ ਇੱਥੇ ਸਰਕਾਰ ਬਣਾਈ ਹੈ। ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ, ਮੈਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗਾ, ਮੈਂ ਇੱਥੇ ਨਸ਼ਾ ਖਤਮ ਕਰੂੰਗਾ। ਕੀ ਹੋਇਆ? ਤੁਹਾਡੇ ਸਾਹਮਣੇ ਆ। ਲੇਕਿਨ ਇੱਕ ਵੀ ਇਸ਼ੂ ਕੋਈ ਸੋਲਵ ਕੀਤਾ? ਜਿਹੜੀਆਂ ਰਿਪੋਰਟਾਂ ਨੇ ਉਹ ਬਿਲਕੁਲ ਮਤਲਬ ਕਿ ਜਿਉਂਦੀਆਂ ਤਿਉਂ ਰਹੀਆਂ। ਅੱਜ ਇਸੇ ਕਰਕੇ ਜਿਹੜੀਆਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਿੱਖਾਂ ਨੂੰ ਇਨਸਾਫ ਕਦੋਂ ਮਿਲੂਗਾ? ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਸਿੱਖ ਇਨਸਾਫ ਮੰਗਦੇ ਆ, ਸੱਚਾਈ ਸਾਹਮਣੇ ਆਉਣੀ, ਸੱਚਾਈ ਸਾਹਮਣੇ ਆ ਚੁੱਕੀ ਹੈਗੀ ਆ। ਤੋ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਪ੍ਰੈਸ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਵੀ ਪ੍ਰੈਸ ਜਿਹੜੀ ਹੈਗੀ ਆ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨੂੰ ਜ਼ਰੂਰ ਨਿਤਾਰੇ। ਔਰ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਕੂੜ ਪ੍ਰਚਾਰ ਕੀਤਾ ਜਾ ਰਿਹਾ, ਝੂਠਾ ਪ੍ਰਚਾਰ ਕਰਕੇ ਹੋਰ ਵੀ ਕਈ ਤਰ੍ਹਾਂ ਦਾ ਪ੍ਰਚਾਰ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਖਾਤਰ। ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖਾਂ ਦੀ ਸੰਸਥਾ ਹੈਗੀ ਆ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸੰਸਥਾ ਹੈਗੀ ਆ ਜਿਹੜੀ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਆ। ਸ਼੍ਰੋਮਣੀ ਕਮੇਟੀ ਧਾਰਮਿਕ ਤੌਰ ਦੇ ਉੱਤੇ ਥਰੂ ਆਊਟ ਵਰਲਡ ਦੇ ਵਿੱਚ ਉਹ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਆ। ਇਸ ਤਰੀਕੇ ਦੇ ਨਾਲ ਬੀਜੇਪੀ ਨੇ ਸਮਰਥਕ ਮੰਗਿਆ ਸੀਗਾ ਕਿ ਜਿਹੜਾ ਰਾਸ਼ਟਰਪਤੀ ਉਮੀਦਵਾਰ ਆ ਉਸ ਦਾ ਸਮਰਥਨ ਕੀਤਾ ਜਾਵੇ, ਤਾਂ ਸੁਖਬੀਰ ਸਿੰਘ ਬਾਦਲ ਪਹੁੰਚੇ ਵੀ। ਸੋ ਜਿਸ ਤਰੀਕੇ ਨਾਲ ਸੈਂਟਰ ਸਰਕਾਰ ਚਾਵੇ ਤਾਂ ਬੰਦੀ ਸਿੰਘ ਰਿਹਾ ਹੋ ਸਕਦੇ ਨੇ, ਸੋ ਉਸ ਤਰੀਕੇ ਦੀ ਗੱਲ ਫਿਲਹਾਲ ਅਜੇ ਨਹੀਂ ਸੈਂਟਰ ਤੱਕ ਪਹੁੰਚੀ। ਮੈਂ ਸਮਝਦਾ ਵੀ ਇਹਦੇ ਬਾਰੇ ਮੈਨੂੰ ਸਾਰੀ ਗੱਲ ਦਾ ਪਤਾ ਜਾਣਕਾਰੀ ਨਹੀਂ ਹੈ, ਮੈਂ ਇਸ ਕਰਕੇ ਬਹੁਤਾ ਕੁਝ ਕਹਿ ਨਹੀਂ ਸਕਦਾ। ਕੀ ਪਤਾ ਕੋਈ ਗੱਲ ਹੋਈ ਹੈ, ਜ਼ਰੂਰ ਹੋਈ ਹੋਵੇਗੀ, ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਪਹਿਲੇ ਵੀ ਗੱਠ ਜੋੜ ਰਿਹਾ, ਲੱਗਦਾ ਕਿ ਹੁਣ ਫੇਰ ਹੋ ਸਕਦਾ। ਮੈਂ ਕੁਝ ਨਹੀਂ ਇਹਦੇ ਬਾਰੇ ਅੱਜ ਕੁਝ ਕਹਿ ਸਕਦਾ। ਇਹ ਉੱਪਰ ਹਾਈ ਕਮਾਂਡ ਦਾ ਮਸਲਾ ਹੈਗਾ, ਇਹ ਉਹੀ ਕੁਝ ਕਰ ਸਕਦੇ ਹੈਗੇ। ਹਾਂ, ਜਿਹੜੇ ਬੰਦੀ ਸਿੰਘ ਰਿਹਾ ਦੇ ਲਈ ਸਾਰੇ ਮੋਰਚੇ ਖੁੱਲੇ ਨੇ, ਇੱਕ ਕਮੇਟੀ ਵੀ ਬਣੀ ਆ, ਹੁਣ ਕੀ ਲੱਗਦਾ ਕਿੱਥੋਂ ਤੱਕ ਮਸਲਾ ਪਹੁੰਚਿਆ ਹੋਵੇ? ਦੇਖੋ, ਕਮੇਟੀ ਬਣੀ ਹੋਈ ਆ, 11 ਮੈਂਬਰੀ ਕਮੇਟੀ ਬਣਾਈ ਗਈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਉਹਦੇ ਕਨਵੀਨਰ ਨੇ, ਉਹਦੇ ਆਗੂ ਬਣੇ ਹੋਏ ਸੀ। ਸ਼੍ਰੋਮਣੀ ਕਮੇਟੀ ਵੱਲੋਂ ਬਾਰ-ਬਾਰ ਚਿੱਠੀਆਂ ਹੋਮ ਮਿਨਿਸਟਰੀ ਨੂੰ ਲਿਖੀਆਂ ਜਾ ਚੁੱਕੀਆਂ ਨੇ, ਪ੍ਰਾਈਮ ਮਿਨਿਸਟਰ ਨੂੰ ਲਿਖੀਆਂ ਨੇ, ਹੋਮ ਮਿਨਿਸਟਰ ਨੂੰ ਲਿਖੀਆਂ ਨੇ, ਕਰਨਾਟਕਾ ਦੀ ਮੁੱਖ ਮੰਤਰੀ ਨੂੰ ਲਿਖੀਆਂ ਨੇ। ਇਹਦੇ ਬਾਰੇ ਸਾਨੂੰ ਟਾਈਮ ਦਿੱਤਾ ਜਾਵੇ, ਟਾਈਮ ਦੇ ਕਰਕੇ ਅਸੀਂ ਇਹਦੇ ਬਾਰੇ ਬੰਦੀ ਸਿੱਖਾਂ ਦੀ ਰਿਹਾਈ ਬਾਰੇ ਗੱਲ ਕਰਨੀ ਚਾਹੁੰਦੇ ਹਾਂ। ਲੇਕਿਨ ਕਿਸੇ ਵੀ ਸਰਕਾਰ ਨੇ ਅਜੇ ਤੱਕ ਉਸ ਦਾ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ। ਇਹਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਉਸ ਪੰਜਾਬ ਨੂੰ ਪੰਜਾਬ ਦੇ ਲੋਕਾਂ ਨਾਲ ਉਹਨਾਂ ਦਾ ਕਿਹੋ ਜਿਹਾ ਵਰਤਾਓ ਹੈ ਔਰ ਉਹ ਕੀ ਸੋਚ ਰੱਖਦੇ ਆ। ਸਰ, ਕੁੰਵਰ ਵਿਜੇ ਪ੍ਰਤਾਪ ਜਦੋਂ ਵੀ ਰਿਪੋਰਟ ਦੀ ਗੱਲ ਕਰਦੇ ਆ ਤਾਂ ਇਹ ਗੱਲ ਕਹਿੰਦੇ ਨੇ ਕਿ ਮੇਰੀ ਰਿਪੋਰਟ ਦੇ ਵਿੱਚ ਸਿਰਸਰ ਜੋ ਦੋਸ਼ੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਵਾਲੇ ਨੇ। ਸੋ ਇਸ ਤਰੀਕੇ ਨਾਲ ਵੈਰ ਹੈ ਕੋਈ, ਜਾਂ ਕਿਸੇ ਤਰੀਕੇ ਦੀ ਕੋਈ ਆਪਸੀ ਪਰਸਨਲ ਕੋਈ ਮਾਮਲਾ ਹੋਏਗਾ?
ਦੇਖੋ ਕੁੰਵਰ ਵਿਜੇ ਪ੍ਰਤਾਪ ਤਾਂ ਮੈਂ ਉਹਦੇ ਬਾਰੇ ਕੀ ਕਹਿ ਸਕਦਾ ਜੀ। ਕੁੰਵਰ ਵਿਜੇ ਪ੍ਰਤਾਪ ਦੀ ਜਿਹੜੀ ਰਿਪੋਰਟ ਜਦੋਂ ਟੇਬਲ ਤੇ ਗਈ ਹਾਈ ਕੋਰਟ ਨੇ, ਉਹਨੇ ਰਿਜੈਕਟ ਕਰਤੀ ਸੀ ਵੀ ਤੁਹਾਡੀ ਰਿਪੋਰਟ ਨਿਰਪੱਖ ਨਹੀਂ ਹੈਗੀ। ਜੇ ਹਾਈ ਕੋਰਟ ਦਾ ਜੱਜ ਹੀ ਉਸ ਨੂੰ ਨਹੀਂ ਮੰਨ ਰਿਹਾ ਹੈਗਾ, ਉਹਨੂੰ ਲੈਣ ਲਈ ਤਿਆਰ ਨਹੀਂ ਹੈਗਾ, ਮੰਨਣ ਲਈ ਤਿਆਰ ਨਹੀਂ, ਤੇ ਮੇਰੇ ਨਾਲ ਜ਼ਿਆਦਾ ਤੁਸੀਂ ਆਪ ਅੰਦਾਜ਼ਾ ਲਾਓ ਵੀ ਉਹਦੇ ਮਨ ਦੇ ਵਿੱਚ ਸਾਡੇ ਬਾਰੇ ਕੀ ਵਿਚਾਰ ਹੋਣਗੇ। ਜਿਹੜਾ ਇਨਸਾਨ ਜਿਹਨੂੰ ਪੜਤਾਲ ਹੱਥ ਵਿੱਚ ਫੜਾਈ ਜਾਂਦੀ ਆ, ਜੇ ਉਹ ਤੱਕੜੀ ਨਹੀਂ ਤੋਲਦਾ ਹੈਗਾ ਤੇ ਉਹ ਸਹੀ ਰਿਪੋਰਟ ਨਹੀਂ ਦੇ ਸਕਦਾ। ਮੈਂ ਸਮਝਦਾ ਵੀ ਉਹਦੇ ਵਿੱਚ ਉਹਨੂੰ ਸਹੀ ਤੱਕੜੀ ਨਹੀਂ ਤੋਲੀ ਗਈ, ਤਾਂ ਹੀ ਹਾਈ ਕੋਰਟ ਨੇ ਉਹਨੂੰ ਰਿਜੈਕਟ ਕੀਤਾ। ਜਿਸ ਤਰੀਕੇ ਨਾਲ ਹੁਣ ਇੱਕ ਰਿਪੋਰਟ ਆਈ ਹੈ, ਜਿਹੜਾ ਸਰੂਪ ਮਹਾਰਾਜ ਦਾ ਚੋਰੀ ਹੋਇਆ ਸੀਗਾ, ਜਿਹੜੇ 328 ਸਰੂਪਾਂ ਦੀ ਅਕਸਰ ਗੱਲ ਚੱਲਦੀ ਰਹਿੰਦੀ ਆ ਤੇ ਮੋਰਚੇ ਤੇ ਵੀ ਕਈ ਸਿੰਘ ਬੈਠੇ ਹੁੰਦੇ ਆ ਤੇ ਅਕਸਰ ਕਹਿ ਦਿੰਦੇ ਨੇ ਕਿ ਹਾਂ ਕਿਤੇ ਨਾ ਕਿਤੇ ਐਸਜੀਪੀਸੀ ਦੋਸ਼ੀ ਹੈ, ਐਸਜੀਪੀਸੀ ਸਵਾਲ ਦੇ ਜਵਾਬ ਦੇਵੇ। ਸੋ ਉਸ ਮਸਲੇ ਤੇ ਹੁਣ ਤੱਕ ਕੋਈ ਫਾਈਲ ਬਣੀ, ਲਿਸਟ ਬਣੀ? ਦੇਖੋ, ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇੱਕ ਧਾਰਮਿਕ ਜਥੇਬੰਦੀ ਆ ਜੋ ਸਾਰੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਆ। ਇਹਦੇ ਵਾਸਤੇ ਸ਼ੁਰੂ ਤੋਂ ਹੀ ਲੈ ਕੇ ਜਿਹੜੀਆਂ ਸਰਕਾਰੀ ਏਜੰਸੀਆਂ ਹੈਗੀਆਂ ਨੇ, ਉਹ ਆਪਣੇ ਇਨ ਹੈਂਡਸ ਜਿਹੜੇ ਬੰਦੇ ਹੁੰਦੇ ਆ ਉਹਨਾਂ ਨੂੰ ਵਰਤਦੀਆਂ ਆ ਰਹੀਆਂ ਨੇ। ਪਹਿਲਾਂ ਵੀ ਵਿਦਿਆਰਥੀਆਂ ਨੇ, ਪਹਿਲਾਂ ਕਾਂਗਰਸ ਸਰਕਾਰ ਰੱਜ ਕੇ ਵਰਤਦੀ ਸੀਗੀ, ਕਦੀ ਆਪਣਾ ਰੂਪ ਬਦਲਾ ਕੇ ਬੰਦੇ ਭੇਜ ਦਿੰਦੀ ਸੀ, ਕਦੀ ਕੋਈ ਬੰਦੇ ਭੇਜ ਦਿੰਦੀ ਸੀ। 328 ਸਰੂਪਾਂ ਦਾ ਜਿਹੜਾ ਮਸਲਾ ਸੀ ਬੜਾ ਦੁਖਦਾਈ ਸੀਗਾ ਜਦੋਂ ਸ਼੍ਰੋਮਣੀ ਕਮੇਟੀ ਦੇ ਧਿਆਨ ਦੇ ਵਿੱਚ ਆਇਆ, ਔਰ ਇਹਦੇ ਤੇ ਬੜੀ ਸੀਰੀਅਸਲੀ ਸਾਰੀ ਜਿਹੜੀ ਇਹ ਪੜਤਾਲ ਹੋਈ ਆ। ਈਵਨ ਦੈਨ ਜੇ ਸ਼੍ਰੋਮਣੀ ਕਮੇਟੀ ਦੀ ਪੜਤਾਲ ਨੂੰ ਅਸੀਂ ਸਮਝਦੇ ਸੀ ਵੀ ਸ਼ਾਇਦ ਲੋਕੀ ਨਾ ਇਸ ਗੱਲ ਨੂੰ ਐਕਸੈਪਟ ਕਰਨ, ਔਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਦੇ ਦਿੱਤੀ ਆ। ਅਕਾਲ ਤਖਤ ਸਾਹਿਬ ਨੇ ਵੀ ਉਹਦੀ ਇਨਕੁਆਇਰੀ ਕਰਵਾਈ ਆ, ਇੰਡੀਪੈਂਡੈਂਟ ਬਾਹਰਲੇ ਬੰਦੇ ਕੋਲ ਇਨਕੁਆਇਰੀ ਕਰਵਾਈ ਆ। ਉਹਨੇ ਜਿਹੜੀ ਇਨਕੁਆਇਰੀ ਕਰਵਾਈ ਆ, ਅਕਾਲ ਤਖਤ ਦੇ ਬੰਦਿਆਂ ਨੇ ਜਿਹੜੀ ਇਨਕੁਆਇਰੀ ਕਰਵਾਤੀ ਆ, ਉਹ ਵੀ ਸ਼੍ਰੋਮਣੀ ਕਮੇਟੀ ਨੇ ਉਹਦੀ ਤੇ ਉੱਤੇ ਬਿਨ ਅਸਰ ਕੀਤਾ ਹੈਗਾ। ਸ਼੍ਰੋਮਣੀ ਕਮੇਟੀ ਨੇ ਪੜਤਾਲ ਆਪਣੇ ਤੌਰ ਤੇ ਕਰਵਾਈ ਹੈਗੀ ਆ। ਅੱਜ ਕੱਲੀ ਚੀਜ਼ ਜਿਹੜੀ ਸ਼੍ਰੋਮਣੀ ਕਮੇਟੀ ਦੇ ਰਿਕਾਰਡ ਵਿੱਚ ਪਈ ਆ, 328 ਸਰੂਪਾਂ ਦਾ ਮਸਲਾ ਸਿਰਫ ਇੰਨਾ ਹੈਗਾ ਸੀਗਾ ਜਿੱਥੋਂ ਕਿ ਸਾਡੇ ਇੱਕ ਸੁਪਰਵਾਈਜ਼ਰ ਦੀ ਗਲਤੀ, ਇੱਕ ਉਹਦੇ ਨਾਲ ਦਾ ਸਾਥੀ ਸੀ, ਦੋ ਬੰਦਿਆਂ ਨੇ ਸਿਰਫ ਤੇ ਸਿਰਫ ਪੈਸਿਆਂ ਦੇ ਮਾਮਲੇ ਦੇ ਵਿੱਚ ਆ ਕਰਕੇ ਉਹਨੂੰ ਜਿਹੜਾ ਵਰਤਿਆ ਗਿਆ। ਔਰ ਉਹ ਪੈਸੇ ਜਿਹੜੇ ਹੈਗੇ ਨੇ ਜਦੋਂ ਉਸ ਬੰਦੇ ਦੇ ਉੱਤੇ ਪਾਏ ਗਏ, ਜਦੋਂ ਉਹਦੀ ਰਿਟਾਇਰਮੈਂਟ ਸੀ, ਉਹ ਬੰਦਾ ਜਿਹੜਾ ਸੀ ਇਨ ਹੈਂਡ ਚਲਾ ਗਿਆ, ਸਰਕਾਰੀ ਏਜੰਸੀਆਂ ਨੇ ਉਹਨੂੰ ਵਰਤ ਲਿਆ ਹੈਗਾ। ਉਹ ਜਿਹੜੇ 328 ਸਰੂਪਾਂ ਦਾ ਸਰੂਪ ਸ਼੍ਰੋਮਣੀ ਕਮੇਟੀ ਨੇ ਪੜਤਾਲ ਕਰਵਾਈ ਆ, ਤੁਸੀਂ ਦਫ਼ਤਰ ਦੇ ਵਿੱਚ ਆ ਕੇ ਜਦੋਂ ਮਰਜ਼ੀ ਉਹਦੀ ਪੜਤਾਲ ਦੇਖ ਸਕਦੇ ਹੈਗੇ ਹੋ। ਅਸੀਂ ਗੱਲ ਕੀਤੀ ਹੈ ਜੋ ਮੁੱਦੇ ਅਕਸਰ ਚਰਚਾ ਵਿੱਚ ਰਹਿੰਦੇ ਨੇ, ਬੇਅਦਬੀ ਦਾ ਮਸਲਾ ਹੋ ਗਿਆ ਜਾਂ ਸਰੂਪਾਂ ਦਾ ਮਸਲਾ ਹੋ ਗਿਆ, ਉਸ ਮਸਲੇ ਤੇ ਭਾਈ ਰਾਮ ਸਿੰਘ ਹੋਰਾਂ ਨਾਲ ਅਸੀਂ ਵਿਸਥਾਰ ਦੇ ਵਿੱਚ ਚਰਚਾ ਕੀਤੀ ਹੈ। ਵੀਡੀਓ ਜਰਨਲਿਸਟ ਅਕਸ਼ੇ ਦੇ ਨਾਲ ਹਰਮੀਤ ਸਿੰਘ, ਜਗਬਾਨੀ ਟੀਵੀ, ਅੰਮ੍ਰਿਤਸਰ।